ਰੋਜ਼ਾਨਾ ਲੋਕਨਾਥ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਇਮਰਾਨ ਖਾਨ। ਅੱਜ ਅਸੀਂ ਗੱਲਬਾਤ ਕਰਾਂਗੇ ਕਿਸਾਨੀ ਮੁੱਦੇ ਦੇ ਉੱਤੇ ਸਿਆਸਤ ਹੋ ਰਹੀ ਹੈ। ਬੀਤੇ ਦਿਨੀ ਕਿਸਾਨਾਂ ਦੇ ਵੱਲੋਂ ਸੰਯੁਕਤ ਪਾਰਟੀ ਦਾ ਇੱਕ ਐਲਾਨ ਕੀਤਾ ਤੇ ਉਸ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਚੁੱਕੀ ਹੈ। ਜਿੱਥੇ ਸੂਬੇ ਦੀ ਸਿਆਸਤ ਦੇ ਵਿੱਚ ਭੁਚਾਲ ਆਇਆ ਤੇ ਉੱਥੇ ਹੀ ਕਿਸਾਨਾਂ ਦੇ ਵੱਲੋਂ ਵੀ ਜਿਹੜੇ ਕਿਸਾਨ ਵੱਖ ਹੋਏ ਨੇ ਉਹਨਾਂ ਦੇ ਵੱਲੋਂ ਵੀ ਵੱਡੇ ਐਲਾਨ ਕਰ ਦਿੱਤੇ ਨੇ। ਕਹਿਣ ਦਾ ਭਾਵ ਹੈ ਕਿਸਾਨ ਦੋ ਫਾੜ ਹੁੰਦੇ ਹੋਏ ਨਜ਼ਰ ਆ ਰਹੇ ਨੇ। ਇੱਕ ਪਾਸੇ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਜਾਂਦਾ ਤੇ ਦੂਜੇ ਪਾਸੇ ਕੇਂਦਰ ਸਰਕਾਰ ਦੇ ਵੱਲੋਂ ਵੱਡੇ ਸੰਕੇਤ ਦੇ ਦਿੱਤੇ ਗਏ ਨੇ ਕਿ ਖੇਤੀ ਕਾਨੂੰਨ ਮੁੜ ਤੋਂ ਲਿਆ ਸਕਦੇ ਨੇ। ਕਿਸ ਦੇ ਵੱਲੋਂ ਇਹ ਬਿਆਨ ਆਇਆ, ਕੀ ਸੰਕੇਤ ਨੇ ਤੇ ਕਿਸਾਨਾਂ ਦੇ ਵਿੱਚ ਹੁਣ ਕਿਸ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ। ਕਿਸਾਨ ਆਪਸੀ ਦੋ ਫਾੜ ਹੋ ਰਹੇ ਨੇ, ਕਿਹੜੀ ਪਾਰਟੀਆਂ ਵੱਖ ਹੋਈਆਂ ਨੇ ਤੇ ਵੱਖ ਹੋਣ ਵਾਲੀ ਪਾਰਟੀਆਂ ਦੇ ਵੱਲੋਂ ਕਿਸ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਕਿਸਾਨਾਂ ਤੋਂ ਕਿਸ ਤਰ੍ਹਾਂ ਦੇ ਜਵਾਬ ਲਏ ਜਾ ਰਹੇ ਨੇ। ਗੱਲਬਾਤ ਕਰਾਂਗੇ ਸਾਰੇ ਮੁੱਦੇ ਦੇ ਉੱਤੇ, ਵਿਸਥਾਰ ਦੇ ਨਾਲ ਤੁਹਾਨੂੰ ਸਮਝਾਵਾਂਗੇ ਕਿ ਆਖਰ ਇਸ ਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕਿਸ ਤਰ੍ਹਾਂ ਦੀ ਸਿਆਸਤਾਂ ਨੇ। ਸਾਰੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ, ਸਿਆਸੀ ਮਾਹਰ ਨੇ, ਜੋ ਕਿ ਤੁਹਾਨੂੰ ਵਿਸਥਾਰ ਦੇ ਨਾਲ ਦੱਸਣਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ ਜੀ। ਅਣਖੀ ਸਾਹਿਬ, ਜਦੋਂ ਤੋਂ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ, ਇੱਕ ਵੱਖਰੀ ਪਾਰਟੀ ਦਾ ਨਾਮ ਦਿੱਤਾ ਗਿਆ, ਉਸ ਤੋਂ ਬਾਅਦ ਹੀ ਜਿੱਥੇ ਸਿਆਸਤ ਦੇ ਵਿੱਚ ਭੁਚਾਲ ਆਇਆ, ਖੁਦ ਕਿਸਾਨ ਜਥੇਬੰਦੀਆਂ ਵੀ ਆਪਸ ਦੇ ਵਿੱਚ ਉਲਝਦੀਆਂ ਹੋਈਆਂ ਨਜ਼ਰ ਆ ਰਹੀਆਂ। ਪੰਜਾਬ ਦੀਆਂ ਵੱਡੀ ਜਥੇਬੰਦੀਆਂ, ਜੋਗਿੰਦਰ ਸਿੰਘ ਉਗਰਾਹਾਂ ਜਿਸ ਦੇ ਪ੍ਰਧਾਨ ਨੇ, ਉਗਰਾਹਾਂ ਜਥੇਬੰਦੀ ਹੋਵੇ, ਭਾਵੇਂ ਡੱਲੇਵਾਲ ਹੋਣ, ਦਰਸ਼ਨਪਾਲ ਹੋਣ, ਡਾਕਟਰ ਦਰਸ਼ਨਪਾਲ ਤੇ ਹਨਨ ਮੌਲਾ ਤੇ ਕੱਕਾ ਜਿਹੜੇ ਗੁਜਰਾਤ ਦੇ ਨੇ, ਤੇ ਇਹ ਸਾਰੇ ਨੇ, ਇਹਨਾਂ ਦੇ ਵੱਲੋਂ ਇੱਕ ਅਲੱਗ ਤੋਂ ਇੱਕ ਮੋਰਚਾ ਖੋਲ ਦਿੱਤਾ। ਯਾਨੀ ਕਿ ਇਹ ਸੰਯੁਕਤ ਕਿਸਾਨ ਮੋਰਚੇ ਤੋਂ ਬਾਅਦ ਹੁਣ ਇਹ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਹਿੱਸੇ ਨੇ ਤੇ ਦੂਜੀ ਪਾਰਟੀਆਂ ਦੇ ਵੱਲੋਂ ਆਪਣੀ ਵੱਖਰੀ ਪਾਰਟੀ ਬਣਾ ਲਈ ਗਈ ਆ 22 ਕਿਸਾਨ ਜਥੇਬੰਦੀਆਂ ਦੇ ਵੱਲੋਂ। ਵੱਡੇ ਸਵਾਲ ਲੋਕਾਂ ਦੇ ਵੀ ਨੇ ਤੇ ਵੱਖ-ਵੱਖ ਪਾਰਟੀਆਂ ਦੇ ਵੀ ਨੇ ਕਿ ਹੁਣ ਆਪਸ ਦੇ ਵਿੱਚ ਉਲਝਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਪਾਰਟੀਆਂ। ਆਖਰ ਕਿਸ ਤਰ੍ਹਾਂ ਦੇ ਸਿਆਸੀ ਸਮੀਕਰਨ ਬਣਨਗੇ ਕਿ ਜੇਕਰ ਇਹ ਪਾਰਟੀਆਂ ਵੱਖ ਹੁੰਦੀਆਂ ਨੇ। ਉਧਰ ਕੇਂਦਰ ਦੇ ਵੱਲੋਂ ਸੰਕੇਤ ਦੇ ਦਿੱਤੇ ਗਏ ਨੇ, ਤੋਮਰ ਦਾ ਇੱਕ ਬਿਆਨ ਆਇਆ ਕਿ ਅਸੀਂ ਮੁੜ ਤੋਂ ਖੇਤੀ ਕਾਨੂੰਨ ਲਿਆ ਸਕਦੇ ਹਾਂ। ਯਾਨੀ ਕਿ ਸਿੱਧੇ ਤੌਰ ਤੇ ਸੰਕੇਤ ਦੇ ਦਿੱਤੇ ਗਏ ਨੇ ਕਿ ਅਸੀਂ ਇੱਕ ਕਦਮ ਪਿੱਛੇ ਹਟੇ ਸੀ, ਹੁਣ ਇੱਕ ਕਦਮ ਅੱਗੇ ਵਧਾਂਗੇ। ਜੇਕਰ ਮੁੜ ਤੋਂ ਖੇਤੀ ਕਾਨੂੰਨ ਬਣਦੇ ਨੇ, ਆਉਂਦੇ ਨੇ, ਤਾਂ ਕੀ ਸਿਰਫ ਉਹ ਪਾਰਟੀਆਂ ਜਿਨ੍ਹਾਂ ਦੇ ਵੱਲੋਂ ਬੀਤੇ ਦਿਨੀ ਪਾਰਟੀ ਬਣਾਈ ਆ ਉਹ ਆਪਣੀ ਸਿਆਸਤ ਕਰਨਗੀਆਂ ਜਾਂ ਫਿਰ ਅੰਦੋਲਨ ਕਰਨਗੀਆਂ? ਵੱਡੇ ਸਵਾਲ ਜੀ। ਖਾਨ ਸਾਹਿਬ, ਇਹ ਕੱਲ ਦੀ ਜਦੋਂ ਦੀ ਇਹ ਸੰਯੁਕਤ ਸਮਾਜ ਮੋਰਚਾ ਜਦੋਂ ਬਣਿਆ 22 ਜਥੇਬੰਦੀਆਂ ਵੱਲੋਂ, ਔਰ 9 ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਕਰ ਰਹੇ ਜੋ ਉਹ ਅਲੱਗ ਹੋ ਗਏ ਨੇ, ਤਾਂ ਉਹਨਾਂ ਨੇ ਆਪਣਾ ਅਲੱਗ ਜਿਹੜਾ ਵਰਸ਼ਨ ਉਹ ਦਿੱਤਾ। ਤਾਂ ਇਹਦੇ ਨਾਲ ਤਾਂ ਇੱਕ ਸਥਿਤੀ ਕਲੀਅਰ ਹੋ ਗਈ ਕਿ ਉਹ ਕਿਸਾਨ ਮੋਰਚਾ ਜਿਹੜਾ 32 ਜਥੇਬੰਦੀਆਂ ਦੇ ਇਕੱਠ ਦੇ ਰੂਪ 'ਚ ਚੱਲਿਆ ਸੀ, ਉਹ ਮੋਰਚਾ ਹੁਣ ਆਪਸ ਦੇ ਵਿੱਚ ਵੰਡਿਆ ਗਿਆ। 9 ਇੱਕ ਪਾਸੇ ਰਹਿ ਗਏ ਤੇ 22 ਇੱਕ ਪਾਸੇ ਹੋ ਗਏ। ਸਭ ਤੋਂ ਮਾੜਾ ਸੰਕੇਤ ਤਾਂ ਇਹੋ ਹੀ ਆ ਕਿ ਜਿਸ ਏਕੇ ਦੀ ਮਿਸਾਲ ਦਿੱਤੀ ਜਾ ਰਹੀ ਸੀ, ਜਿਸ ਏਕੇ ਕਰਕੇ ਕੇਂਦਰ ਦੀ ਜਿਹੜੀ ਸਰਕਾਰ ਆ ਉਹ ਵੀ ਕਿਸਾਨਾਂ ਦੇ ਅੱਗੇ ਝੁਕ ਗਈ, ਪਰ ਉਹ ਏਕਾ ਹੁਣ ਟੁੱਟ ਗਿਆ ਔਰ ਲੱਗਦਾ ਕਿ ਪੂਰਨ ਤੌਰ ਤੇ ਉਹਦੇ 'ਚ ਜਿਸ ਤਰੀਕੇ ਦੀਆਂ ਸਥਿਤੀਆਂ ਪੈਦਾ ਹੋ ਰਹੀਆਂ ਨੇ, ਇਹ ਏਕਾ ਹੁਣ ਖਤਮ ਹੋ ਗਿਆ। 22 ਇੱਕ ਪਾਸੇ ਹੋ ਕੇ ਤੇ 9 ਇੱਕ ਪਾਸੇ ਹੋ ਗਏ। ਹੁਣ ਤੁਸੀਂ ਜਿਹੜੀ ਅੱਗੇ ਗੱਲ ਕੀਤੀ ਕਿ ਇਸ ਦਾ ਪ੍ਰਭਾਵ ਕੀ ਹੈ, ਦੇਖੋ ਇਹ ਕਿਸਾਨ ਜਥੇਬੰਦੀਆਂ ਜਾਂ ਜਦੋਂ ਇਹ ਕਿਸਾਨ ਇੱਕ ਅੰਦੋਲਨ ਨੂੰ ਲੈ ਕੇ ਦਿੱਲੀ ਵੱਲ ਨੂੰ ਚੱਲੇ ਸੀ, ਮੈਂ ਕੱਲ ਵੀ ਆਪਣੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਤੇ ਹੁਣ ਵੀ ਲੱਗਾ ਕਰਨ, ਤਾਂ ਲੋਕਾਂ ਦਾ ਇੱਕ ਭਰਪੂਰ ਸਮਰਥਨ ਜਿਹੜਾ ਸੀ ਉਹ ਇਹਨਾਂ ਕਿਸਾਨਾਂ ਦੇ ਨਾਲ ਸੀ, ਇਹਨਾਂ ਕਿਸਾਨ ਜਥੇਬੰਦੀਆਂ ਦੇ ਨਾਲ ਸੀ। ਲੋਕ ਕਿਸਾਨਾਂ ਦੇ ਹੱਕ 'ਚ ਖੁੱਲ੍ਹ ਕੇ ਨਿਤਰੇ ਔਰ ਇਹ ਪਹਿਲੀ ਵਾਰੀ ਇਤਿਹਾਸ 'ਚ ਹੋਇਆ ਕਿ ਇੱਕ ਉਸ ਅੰਦੋਲਨ ਨੇ ਜਿਹੜੀ ਪੂਰੀ ਦੀ ਪੂਰੀ ਸਥਿਤੀ ਜਿਹੜੀ ਲੋਕਾਂ ਨੂੰ ਲਾਮਬੰਦ ਕੀਤਾ ਤੇ ਲੋਕਾਂ ਨੂੰ ਇੱਕ ਸਵਾਲ ਕਰਨ ਦੀ ਜਿਹੜੀ ਸਮਰੱਥਾ ਉਹ ਪੈਦਾ ਕੀਤੀ। ਇਸ ਅੰਦੋਲਨ ਨੂੰ ਬੇਸ਼ੱਕ ਅੰਦੋਲਨ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਦਾ ਸੀ, ਪਰ ਇਸ ਅੰਦੋਲਨ ਦੇ ਵਿੱਚ ਹਰ ਬੰਦੇ ਨੇ ਇਹ ਜਿਹੜਾ ਆਪਣਾ ਸਮਰਥਨ ਦਿੱਤਾ, ਆਪਣਾ ਤਿਲ ਫੁੱਲ ਜਿਹੜਾ ਭੇਟ ਕੀਤਾ। ਔਰ ਜਿੱਥੇ ਵੀ 4 ਕਿਸਾਨ ਬੈਠੇ ਹੁੰਦੇ, ਲੋਕ ਜਿੱਥੋਂ ਦੀ ਲੰਘਦੇ, ਚਾਹੇ ਟੋਲ ਪਲਾਜ਼ਿਆਂ ਤੋਂ ਲੰਘਦੇ, ਚਾਹੇ ਕਿਤੇ ਵੀ ਲੰਘਦੇ, ਜਿੱਥੇ ਕਿਸਾਨਾਂ ਦਾ ਧਰਨਾ ਹੁੰਦਾ, ਲੋਕ ਆਪਣੀ ਸਮਰੱਥਾ, ਵਿੱਤੀ ਸਮਰੱਥਾ ਦੇ ਅਨੁਸਾਰ ਵੀ ਇਹਦੇ 'ਚ ਆਪਣਾ ਯੋਗਦਾਨ ਪਾਉਂਦੇ ਰਹੇ। ਤਾਂ ਅਖੀਰ ਉਸ ਜਿਹੜਾ ਮੋਰਚਾ ਸੀ ਉਹਦੀ ਜਿੱਤ ਹੋਈ, ਕਾਨੂੰਨ ਜਿਹੜੇ ਵਾਪਸ ਗਏ। ਪਰ ਉਸ ਤੋਂ ਮਗਰੋਂ ਜੋ ਕੁਝ ਇਹ ਕੱਲ ਵਾਪਰਿਆ, ਜਾਂ ਬੜੇ ਜਿਸ ਤਰ੍ਹਾਂ ਦੀ ਇਹ ਕਨਸੋਆਂ ਜਿਹੜੀਆਂ ਮਿਲਦੀਆਂ ਪਈਆਂ ਸਨ ਕਿ ਇਹ ਇੱਕ ਕਿਸਾਨ ਜਿਹੜੇ ਨੇ ਹੁਣ ਰਾਜਨੀਤੀ ਖੇਤਰ 'ਚ ਪ੍ਰਵੇਸ਼ ਕਰਨ ਲੱਗੇ ਆ, ਪਾਰਟੀ ਆਪਣੀ ਬਣਾਉਣਗੇ,
ਤਾਂ ਉਹਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਅਕਸ ਨੂੰ ਇੱਕ ਧੱਬਾ ਜਾਂ ਧੱਕਾ ਜਿਹੜਾ ਉਹ ਜ਼ਰੂਰ ਲੱਗਦਾ ਪ੍ਰਤੀਤ ਹੁੰਦਾ। ਕਿਉਂਕਿ ਵੇਖੋ ਜਿਹੜੇ ਕਿਸਾਨ ਸੀ ਨਰੋਲ ਉਹ ਕਿਸਾਨੀ ਮੁੱਦਿਆਂ ਦੀ ਗੱਲ ਉੱਥੇ ਕਰ ਰਹੇ ਸੀ, ਜਿੱਥੇ ਜ਼ਮੀਨਾਂ ਦੀ ਗੱਲ ਸੀ। ਪਰ ਹੁਣ ਸਿਆਸਤ ਜਿਹੜੀ ਇੱਕ ਉਹ ਗੰਦਾ ਖੇਡ ਆ, ਹਮੇਸ਼ਾ ਗੰਦੀ ਖੇਡ ਮੰਨੀ ਜਾਂਦੀ ਹੈ ਕਿ ਜਿਹਦੇ ਵਿੱਚ ਆਣ ਕੇ ਕੋਈ ਵੀ ਬੰਦਾ ਆਪਣੇ ਆਪ ਤੋਂ ਨਿਰਲੇਪ ਜਿਹੜਾ ਉਹ ਨਹੀਂ ਰੱਖ ਸਕਦਾ। ਤਾਂ ਹੁਣ ਜੇਕਰ ਕਿਸਾਨ ਜਥੇਬੰਦੀਆਂ ਨੇ ਆਪਣਾ ਇੱਕ ਮੋਰਚਾ ਤਿਆਰ ਕਰ ਲਿਆ, ਸੰਯੁਕਤ ਸਮਾਜ ਮੋਰਚਾ, ਕਹਿਤਾ ਕਿ ਅਸੀਂ 117 ਦੀ 117 ਸੀਟਾਂ ਤੇ ਜਿਹੜੀ ਉਹ ਚੋਣਾਂ ਜਿਹੜੀਆਂ ਲੜਦੀਆਂ, ਤੇ ਕੁਦਰਤੀ ਤੌਰ ਤੇ ਜਿੰਨੀਆਂ ਵੀ ਰਾਜਸੀ ਪਾਰਟੀਆਂ ਨੇ ਉਹਨਾਂ ਵੱਲੋਂ ਤਾਂ ਕੁਦਰਤੀ ਤੌਰ ਤੇ ਇਸ ਤੇ ਵਿਰੋਧ ਪ੍ਰਤੀਕਰਮ ਕਰਦਾ ਹੀ ਕਰਦਾ, ਪਰ ਲੋਕਾਂ ਦੇ ਮਨਾਂ ਦੇ ਵਿੱਚ ਵੀ ਇੱਕ ਜਿਹੜੀ ਸਥਿਤੀ ਆ ਇਹਦੇ ਸੰਬੰਧੀ ਹੋਰ ਤਰੀਕੇ ਦੀ ਜਿਹੜੀ ਉਹ ਪੈਦਾ ਹੋਈ ਹੈ। ਵੇਖੋ ਪਾਰਟੀਆਂ ਜਿਸ ਤਰੀਕੇ ਨਾਲ ਤੁਸੀਂ ਗੱਲ ਕਹੀ ਕਿ ਕੇਂਦਰ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਅਸੀਂ ਇੱਕ ਕਦਮ ਪਿੱਛੇ ਹੋਏ ਸੀ, ਹੁਣ ਇੱਕ ਕਦਮ ਗਾਂਹ ਵੱਧ ਸਕਦੇ ਹਾਂ। ਕੁਦਰਤੀ ਤੌਰ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਦੀ ਰਣਨੀਤੀ ਨੂੰ ਭਾਰਤੀ ਜਨਤਾ ਪਾਰਟੀ ਨੇ ਜੇਕਰ ਇਹ ਕਾਨੂੰਨ ਰੱਦ ਕੀਤੇ ਸੀ ਤਾਂ ਪੰਜਾਬ ਦੀਆਂ ਚੋਣਾਂ ਜਾਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਜੇ ਇਦਾਂ ਦਾ ਸੀ, ਉਹਨਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ। ਤੇ ਹੁਣ ਕਿਸਾਨ ਆਪ ਜੇਕਰ ਉਸ ਪਾਸੇ ਆਉਂਦੇ ਨੇ ਤਾਂ ਬਾਕੀ ਪਾਰਟੀਆਂ ਨੇ ਇਹਨਾਂ ਦਾ ਵਿਰੋਧ ਤਾਂ ਕਰਦਾ ਹੀ ਕਰਦਾ, ਕਿਉਂਕਿ ਜਿੰਨਾ ਚਿਰ ਸੰਯੁਕਤ ਕਿਸਾਨ ਮੋਰਚਾ ਦਿੱਲੀ 'ਚ ਸਟੇਜ ਲਾਉਂਦਾ ਰਿਹਾ, ਇਹਨਾਂ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਆਪਣੀ ਸਟੇਜ ਦੇ ਉੱਤੇ ਚੜ੍ਹਨ ਨਹੀਂ ਦਿੱਤਾ। ਲੋਕਾਂ ਔਰ ਰਾਜਨੀਤਿਕ ਪਾਰਟੀਆਂ ਵੀ ਦੂਰ ਰਹੀਆਂ। ਹੁਣ ਇਹ ਅੱਗੇ ਕਿਸਾਨ ਇਹਨਾਂ ਨੂੰ ਸਵਾਲ ਕਰਦੇ ਸੀ, ਹੁਣ ਜਿਸ ਤਰੀਕੇ ਨਾਲ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਤੀਕਰਮ ਆਇਆ, ਉਹ ਕਹਿੰਦੇ ਕਿ ਅਸੀਂ ਸਵਾਲ ਕਰਦੇ ਹਾਂ। ਤੁਸੀਂ ਦੇਖੋ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਕਿਸਾਨਾਂ ਨੇ ਇੱਕ ਪੰਚਾਇਤ ਲਾ ਕੇ ਸਾਰੀਆਂ ਪਾਰਟੀਆਂ ਨੂੰ ਉੱਥੇ ਆਪਣੇ ਕੋਲੋਂ ਸੱਦਿਆ, ਉੱਥੇ ਸੱਦ ਕੇ ਇਹ ਗੱਲਾਂ ਪਤਾ ਕੀਤੀਆਂ, ਦੱਸੋ ਕੀ ਆ। ਇਹੋ ਜਿਹਾ ਵੀ ਇੱਕ ਅਧਿਆਇ ਇਹਦੇ ਵਿੱਚ ਲਿਖਿਆ ਗਿਆ ਕਿ ਜਦੋਂ ਵੱਖ-ਵੱਖ ਪਾਰਟੀਆਂ ਦੇ ਪ੍ਰਧਾਨ ਕਿਸਾਨ ਜਥੇਬੰਦੀਆਂ ਕੋਲ ਪਹੁੰਚੇ ਤਾਂ ਹੁਣ ਬੰਦਾ ਪੁੱਛੇ ਕਿ ਇਹ ਕਿਸਾਨ ਜਥੇਬੰਦੀਆਂ ਨੇ ਕਿ ਜਾਂ ਕੋਈ ਇਹੋ ਜਿਹੀ ਜਥੇਬੰਦੀ ਹੈ ਜਿਹੜੀ ਉੱਤੋਂ ਉਤਰੀ ਹੈ ਕਿ ਜਿਨ੍ਹਾਂ ਦੇ ਹਰ ਫੈਸਲੇ ਜਿਹੜੇ ਇਹਨਾਂ ਨੇ ਆਪ ਕਰਦੇ ਹੈ। ਜੇਕਰ ਤੁਸੀਂ ਕਿਸਾਨੀ ਮੁੱਦਿਆਂ ਦੇ ਨਾਲ ਜੁੜੇ ਸੀ ਤੇ ਲੋਕਾਂ ਦਾ ਸਮਰਥਨ ਸੀ, ਤੁਹਾਨੂੰ ਇਹ ਚਾਹੀਦਾ ਸੀ ਕਿ ਤੁਸੀਂ ਆਪਣੀ ਉਹ ਅਕਸ ਜਿਹੜੀ ਉਹ ਇਮੇਜ ਜਿਹੜੀ ਆ ਉਹ ਬਰਕਰਾਰ ਰੱਖਦੇ ਤਾਂ ਤੁਸੀਂ ਵਾਦ ਵਿਵਾਦ ਦਾ ਵਿਸ਼ਾ ਨਾ ਬਣਦੇ। ਪਰ ਜਥੇਬੰਦੀਆਂ ਜਿਹੜੀ ਇੱਕ ਰਾਜਨੀਤਿਕ ਭੁੱਖ ਹੈ, ਜਿਸ ਤਰ੍ਹਾਂ ਵੱਖ-ਵੱਖ ਪਾਰਟੀਆਂ ਕਹਿ ਰਹੀਆਂ, ਤਾਂ ਇਹ ਕੁਦਰਤੀ ਤੌਰ ਤੇ ਇਸ ਨੂੰ ਰਾਜਨੀਤਿਕ ਭੁੱਖ ਜਾਂ ਉਹ ਚਸਕਾ ਜਾਂ ਉਹ ਸਵਾਦ ਜਿਹੜਾ ਇਹਨਾਂ ਨੇ 1.5 ਸਾਲ ਕਿਸਾਨ ਜਥੇਬੰਦੀਆਂ ਨੇ ਮੰਨਿਆ, ਹੁਣ ਉਹ ਸਵਾਦ ਦੇ ਸਿਖਰ ਨੂੰ ਮਾਰਨਾ ਚਾਹੁੰਦੇ ਨੇ ਕਿ ਠੀਕ ਆ ਅਸੀਂ ਰਾਜਸੀ ਖੇਤਰ 'ਚ ਅਪਰੋਚ ਕਰਦੇ ਹਾਂ, ਮੈਦਾਨ 'ਚ ਜਾਂਦੇ ਤੇ ਵੇਖਦੇ ਹਾਂ ਕਿ ਸਾਡੀ ਤਾਕਤ ਜਾਂ ਸਾਡੇ ਨਾਲ ਲੋਕ ਕਿੰਨੇ ਕੀ ਜੁੜਦੇ, ਲੋਕ ਕਿੰਨਾ ਕੁ ਸਮਰਥਨ ਆ, ਅਸੀਂ ਰਾਜਸੀ ਲੀਡਰ ਬਣੀਏ। ਤਾਂ ਕਹਿਣ ਦਾ ਅਰਥ ਆ ਕਿ ਸਾਫ਼ ਤੌਰ ਤੇ ਇਹਨਾਂ ਨੇਤਾਵਾਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਨੇਤਾ ਨੇ, ਜਿਸ ਤਰੀਕੇ ਬਲਬੀਰ ਸਿੰਘ ਰਾਜੇਵਾਲ ਨੂੰ ਉਹਨਾਂ ਨੇ ਆਪਣਾ ਲੀਡਰ ਜਿਹੜਾ ਘੋਸ਼ਿਤ ਕਰ ਦਿੱਤਾ ਗਿਆ, ਤਾਂ ਰਾਜੇਵਾਲ ਹੋਣਾ ਦਾ ਜਿਹੜੀ ਅੰਦਰਲੀ ਭੁੱਖ ਹੈਗੀ, ਹੁਣ ਜੋ ਮਰਜ਼ੀ ਤੁਸੀਂ ਕਹਿ ਲਓ, ਉਹ ਹਾਲਾਂਕਿ ਰਾਜੇਵਾਲ ਹੋਣਾ ਦੀ ਜਿਹੜੀ ਇਮੇਜ ਹੈ, ਜਿਹੜਾ ਅਕਸਰ ਬੜਾ ਇੱਕ ਇਮਾਨਦਾਰ, ਇੱਕ ਆਗੂ, ਸਿਆਣਾ ਆਗੂ ਵਜੋਂ ਆ, ਪਰ ਉਦੋਂ ਤੱਕ ਸੀ ਜਦੋਂ ਤੱਕ ਉਹ ਕਿਸਾਨਾਂ ਦੇ ਨੇਤਾ ਸੀ। ਹੁਣ ਉਹ ਬੰਦਾ ਲੀਡਰ ਬਣ ਗਿਆ ਮੋਰਚੇ ਦੇ ਵਿੱਚ, ਆਪਣੇ ਆਪ ਨੂੰ ਉਹਨਾਂ ਨੇ ਪ੍ਰੈਜ਼ੈਂਟ ਕਰਤਾ ਕਿ ਮੁੱਖ ਮੰਤਰੀ ਦੇ ਰੂਪ 'ਚ। ਤਾਂ ਕੁਦਰਤੀ ਲੋਕਾਂ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਨਿਸ਼ਾਨੇ ਤੇ ਤਾਂ ਆਏ ਆਇਆ, ਆਮ ਲੋਕਾਂ ਦੇ ਵੀ ਨਿਸ਼ਾਨੇ ਤੇ ਜਿਹੜੇ ਆ ਉਹ ਇਹੋ ਜਿਹੀਆਂ ਜਥੇਬੰਦੀਆਂ ਆ ਗਈਆਂ ਕਿ ਇਹਨਾਂ ਦੀ ਮਨਸ਼ਾ ਕੀ ਸੀ। ਮਨਸ਼ਾ ਕੇਵਲ ਇਹ ਸੀ ਕਿ ਇਹਨਾਂ ਨੇ ਰਾਜਨੀਤਿਕ ਖੇਤਰ 'ਚ ਪ੍ਰਵੇਸ਼ ਕਰਨਾ ਸੀ, ਜਾਂ ਆਪਣੇ ਆਪ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ, ਜਾਂ ਚੋਣਾਂ ਜਿੱਤ ਕੇ ਆਪਣੀ ਇਹ ਸਿਆਸਤ ਕਰਨਾ ਚਾਹੁੰਦੇ ਨੇ। ਸੋ ਕਹਿਣ ਦਾ ਅਰਥ ਸਾਫ਼ ਆ ਕਿ ਇਹ ਕਿਸਾਨ ਜਥੇਬੰਦੀਆਂ ਦਾ ਜਿਹੜਾ ਇਹ ਕਦਮ ਆ ਬਾਈ ਜਿਹੜੀਆਂ ਹੋਈਆਂ ਨੇ, ਇਸ ਕਦਮ ਦੇ ਨਾਲ ਕਿਸਾਨ ਮੋਰਚੇ ਨੂੰ ਧੱਕਾ ਜਿਹੜਾ ਧੱਬਾ ਜਿਹੜਾ ਉਹਦਾ ਅਕਸ ਜਿਹੜਾ ਉਹ ਧੁੰਦਲਾ ਜ਼ਰੂਰ ਹੋਇਆ, ਕਿਉਂਕਿ ਲੋਕਾਂ ਦਾ ਸਮਰਥਨ ਉਹਨਾਂ ਨੇਤਾਵਾਂ ਜਾਂ ਉਹਨਾਂ ਕਿਸਾਨਾਂ ਨਾਲ ਸੀ ਜਿਹੜੇ ਕਿਸਾਨ ਆਪਣੀ ਰੋਜ਼ੀ ਰੋਟੀ, ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਕੇਂਦਰ ਵਰਗੀ ਸਰਕਾਰ ਨਾਲ ਟੱਕਰ ਜਿਹੜੀ ਲੈ ਰਹੀ ਸੀ। ਪਰ ਹੋਇਆ ਕੀ, ਹੁਣ ਇਹਨਾਂ ਦਾ ਉਹ ਰੂਪ ਜਿਹੜਾ ਉਹ ਸਾਹਮਣੇ ਆ ਗਿਆ ਕਿ ਇਹ ਕਿਸਾਨ ਜਿਹੜੇ ਚੱਲੇ ਸੀ, ਜਿਹੜੇ ਮੋਰਚੇ ਨਾਲ ਸ਼ੁਰੂ ਕੀਤਾ ਸੀ ਕਿ ਖੇਤੀ ਕਾਨੂੰਨ ਕਾਨੂੰਨਾਂ ਨੂੰ ਅਸੀਂ ਰੱਦ ਕਰਾਉਣਾ, ਪਰ ਅਸਲ 'ਚ ਉਹਨਾਂ ਦਾ ਮਨੋਰਥ ਇਹੋ ਸੀ ਕਿ ਉਹਨਾਂ ਨੇ ਸਿਆਸਤ ਕਰਨੀ ਆ। ਸਿਆਸਤ ਕਰਦੇ ਕੋਈ MLA ਬਣਨਾ ਚਾਹੁੰਦਾ, ਕੋਈ ਕੁਝ ਬਣਨਾ ਚਾਹੁੰਦਾ, ਸੋ ਉਹਨਾਂ ਨੇ ਆਪਣਾ ਉਸ ਕਦਮ ਜਿਹੜਾ ਵਧਾਤਾ। ਤੇ ਜਿਹੜੀਆਂ 9 ਜਥੇਬੰਦੀਆਂ ਅਲੱਗ ਹੋਈਆਂ ਨੇ, ਹਾਲਾਂਕਿ ਬਹੁਤ ਵੱਡੀਆਂ ਜਥੇਬੰਦੀਆਂ ਨੇ, ਦਰਸ਼ਨਪਾਲ, ਜੋਗਿੰਦਰ ਸਿੰਘ ਅਗਰਾਹਾਂ, ਕੱਕਾ ਜੀ ਜਾਂ ਹੋਰ ਇਹੋ ਜਿਹੇ ਨਾਮ ਨਹੀਂ ਜਿਨ੍ਹਾਂ ਨੇ ਇਹਦੇ ਤੋਂ ਆਪਣੇ ਆਪ ਨੂੰ ਸਾਈਡ ਤੇ ਕਰ ਲਿਆ। ਤਾਂ ਸਾਈਡ ਤੱਕ ਮੋਰਚਾ ਦੋ ਫਾੜ ਹੋ ਗਿਆ। ਤੇ ਹੁਣ ਕੇਂਦਰ ਸਰਕਾਰ ਵੀ ਸਖਤ ਹੋ ਜਾਣੀ, ਕਿਉਂਕਿ ਕੇਂਦਰ ਸਰਕਾਰ ਦੀ ਕੁਝ ਆਸਾਵਾਂ ਤੇ ਇਹਨਾਂ ਨੇ ਪਾਣੀ ਤਾਂ ਫੇਰ ਹੀ ਦਿੱਤਾ। ਜਾਂ ਤਾਂ ਕਿਸਾਨ ਜਥੇਬੰਦੀਆਂ ਭਾਜਪਾ ਨਾਲ ਰਲ ਜਾਂਦੀ, ਸ਼ਾਇਦ ਸਥਿਤੀ ਕੁਝ ਅਲੱਗ ਹੁੰਦੀ, ਪਰ ਇਹਨਾਂ ਨੇ ਹੁਣ ਆਪਣੀ ਸਥਿਤੀ ਆ। ਤੇ ਜੇ ਹੁਣ ਕੱਲ ਨੂੰ ਕੇਂਦਰ ਸਰਕਾਰ ਫਿਰ ਕਾਲੇ ਕਾਨੂੰਨ ਜਿਹੜੇ ਆ ਉਹ ਲਾਗੂ ਕਰਦੀ ਆ, ਤਾਂ ਕੁਦਰਤੀ ਤੌਰ ਤੇ ਫਿਰ ਤੁਹਾਡਾ ਕੀ ਖਿਆਲ ਹੈ ਕਿ ਲੋਕਾਂ ਦਾ ਸਮਰਥਨ ਇਹਨਾਂ ਨਾਲ ਹੋਏਗਾ? ਕਦੇ ਵੀ ਨਹੀਂ ਹੋਏਗਾ।
ਹੁਣ ਲੋਕਾਂ ਨੇ ਇਹਨਾਂ ਦੇ ਚਿਹਰਿਆਂ ਨੂੰ ਦੇਖ ਲਿਆ। ਗੁਰਦਾਮ ਸਿੰਘ ਛੂਟਦੀ ਨੇ ਆਪਣੀ ਪਾਰਟੀ ਬਣਾ ਲਈ, ਹਾਲਾਂਕਿ ਜਦੋਂ ਹਰਿਆਣੇ ਦੇ ਵਿੱਚ ਅੱਗੇ ਵੀ ਚੋਣਾਂ ਲੜ ਚੁੱਕਾ ਤੇ ਉੱਥੋਂ ਉਹਨੇ ਪਤਾ ਨਹੀਂ 6 ਜਾਂ 700 ਵੋਟ ਜਿਹੜੀ ਉਹਨੂੰ ਸਾਰੀ ਮਿਲੀ ਸੀ, ਉਹਨੇ ਵੀ ਆਪਣੀ ਪਾਰਟੀ ਬਣਾ ਲਈ ਆ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਜਿਸ ਤਰੀਕੇ ਨਾਲ ਕੱਲ੍ਹ ਦੀ ਗੱਲ ਪਾਰਟੀ ਉਹਨਾਂ ਨੇ ਬਣਾ ਲਈ, ਔਰ ਮੋਰਚੇ 117 ਸੀਟਾਂ ਤੇ ਚੋਣਾਂ ਲੜਨ ਦਾ ਉਹਨਾਂ ਨੇ ਐਲਾਨ ਕਰਤਾ ਤੇ ਨਾਲ ਹੀ ਇਹ ਕਹਿਤਾ ਕਿ ਸਾਨੂੰ ਤਿਆਰੀ ਕਰਨ ਦੀ ਲੋੜ ਨਹੀਂ ਆ। ਇਹ ਇੱਕ ਭਰਮ ਦੀ ਸਥਿਤੀ ਹੈ ਕਿਸਾਨ ਜਥੇਬੰਦੀਆਂ ਦੀ ਕਿ ਉਹ ਪਤਾ ਨਹੀਂ ਕਿਹੜੀ ਭਰਮ ਦੀ ਦੁਨੀਆ 'ਚ ਜੀ ਰਹੇ ਆ। ਮੈਂ ਕੱਲ ਵੀ ਗੱਲ ਕੀਤੀ ਸੀ ਆਪਣੇ ਕੱਲ ਦੇ ਪ੍ਰੋਗਰਾਮ 'ਚ, ਤੇ ਮੈਂ ਹੁਣ ਵੀ ਇਹ ਗੱਲ ਕਰਨ ਕਿ ਇੱਕ ਜਿਹੜਾ ਦਿੱਲੀ ਦਾ ਸਮਰਥਨ ਸੀ, ਜਿਹੜੀ ਦਿੱਲੀ ਦੇ ਬਰੂਹਾਂ ਤੇ ਜਿਹੜੀ ਜੰਗ ਜਿੱਤੀ ਸੀ, ਉਹ ਲੋਕਾਂ ਦੇ ਉਹਨਾਂ ਕਿਸਾਨਾਂ ਦਾ ਸਮਰਥਨ ਸੀ, ਉਹਨਾਂ ਕਿਸਾਨਾਂ ਨੂੰ ਸਮਰਥਨ ਸੀ ਜਿਹੜੇ ਕਿਸਾਨ ਆਪਣੇ ਭਵਿੱਖ ਦੀ ਰੋਜ਼ੀ ਰੋਟੀ ਵਾਸਤੇ ਉੱਥੇ ਸੰਘਰਸ਼ ਕਰ ਰਹੇ ਸੀ। ਪਰ ਹੁਣ ਉਹ ਕਿਸਾਨ ਉਹ ਨਹੀਂ ਰਹੇ, ਹੁਣ ਇਹ ਉਹ ਜਿਹੜੇ ਚੌਧਰ ਤੇ ਭੁੱਖੇ ਨੇ, ਜਿਹੜੇ ਸਿਆਸਤ ਕਰਦੇ ਨੇ, ਜਿਹੜੇ ਹਰ ਕੰਮ ਦੇ ਵਿੱਚ ਆਪਣੀ ਇੰਟਰਫੇਰੈਂਸ ਚਾਹੁੰਦੇ ਨੇ, ਆਪਣੀ ਸ਼ਮੂਲੀਅਤ ਚਾਹੁੰਦੇ ਨੇ। ਤਾਂ ਸੋ ਲੋਕਾਂ ਦਾ ਸਮਰਥਨ ਹੁਣ ਜੇ ਇਹ ਸਮਝਣ ਕਿ ਉਸ ਤਰੀਕੇ ਦਾ ਮਿਲੇਗਾ, ਮੇਰਾ ਨਹੀਂ ਖਿਆਲ ਕਿ ਲੋਕ ਇਹਨਾਂ ਨੂੰ ਹੁਣ ਉਸ ਤਰੀਕੇ ਦਾ ਮਾਣ ਸਤਿਕਾਰ ਦੇਣਗੇ, ਕਿਉਂਕਿ ਇਹਨਾਂ ਕਿਸਾਨਾਂ ਦਾ ਚਿਹਰਾ ਜਿਹੜਾ ਹੁਣ ਨੰਗਾ ਸਾਫ਼ ਹੋ ਗਿਆ। ਵੇਖੋ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਕਰਦੀ ਕਿ ਰਹੀਆਂ, ਹੁਣ ਪਹਿਲਾਂ ਸੈਂਟਰ ਨਾਲ ਉਹਨਾਂ ਦੀ ਟੱਕਰ ਸੀ, ਹੁਣ ਸਰਕਾਰ ਨਾਲ ਕਰਦੀ ਆ। ਠੀਕ ਆ, ਤੁਹਾਡਾ ਸਰਕਾਰ ਤਾਂ ਟੱਕਰ ਹੋਣੀ ਚਾਹੀਦੀ, ਤੁਸੀਂ ਸਰਕਾਰ ਦੀਆਂ ਜਿਹੜੀਆਂ ਪਾਰਟੀਆਂ ਨੇ, ਨੀਤੀਆਂ ਨੇ, ਤੁਸੀਂ ਉਹਨਾਂ ਦਾ ਵਿਰੋਧ ਕਰੋ, ਪਰ ਆਮ ਲੋਕਾਂ ਨੂੰ ਤੁਸੀਂ ਕਿਉਂ ਸ਼ਿਕਾਰ ਕਰਦੇ ਜੀ? ਕਿਤੇ ਤੁਸੀਂ ਧਰਨੇ ਲਾ ਕੇ ਗੱਡੀਆਂ ਬੰਦ ਕਰਤੀਆਂ, ਕਿਤੇ ਟੋਲ ਪਲਾਜ਼ੇ ਤੁਸੀਂ ਰਸਤੇ ਦੇ ਵਿੱਚ ਜਾਮ ਲਾਏ ਨੇ, ਕਿਤੇ ਧਰਨੇ ਦੇ ਰਹੇ ਨੇ, ਇਹਦੇ 'ਚ ਆਮ ਲੋਕਾਂ ਦਾ ਕੀ ਕਸੂਰ ਆ? ਤੇ ਉਹਨਾਂ ਆਮ ਲੋਕਾਂ ਦੀਆਂ ਵੋਟਾਂ ਦੇ ਨਾਲ ਤੁਸੀਂ ਫਿਰ ਜਿੱਤਣਾ ਚਾਹੁੰਦੇ ਜੇ, ਤੇ ਕੀ ਤੁਹਾਨੂੰ ਲੋਕ ਆਪਣਾ ਸਮਰਥਨ ਦੇਣਗੇ? ਹੁਣ ਕਿਸਾਨ ਬੰਦੇ ਜਥੇਬੰਦੀਆਂ ਜਿਹੜੀਆਂ ਬਣਾਈਆਂ ਨੇ, ਉਹਨਾਂ ਦਾ ਅੱਖ ਜਿਹੜਾ ਉਹ ਤੰਤਰਾ ਜ਼ਰੂਰ ਹੋਇਆ। ਇਸ ਤਰ੍ਹਾਂ ਲੋਕਾਂ ਦਾ ਸਮਰਥਨ ਜਿਹੜਾ ਇਹਨਾਂ ਨੂੰ ਮਿਲਦਾ ਨਜ਼ਰ ਨਹੀਂ ਆਉਂਦਾ। ਜੀ ਬਿਲਕੁਲ। ਅਣਖੀ ਸਾਹਿਬ, ਸੰਯੁਕਤ ਕਿਸਾਨ ਮੋਰਚਾ ਸੀ ਜਦੋਂ 32 ਕਿਸਾਨ ਜਥੇਬੰਦੀਆਂ ਦਾ, ਤਾਂ ਉਦੋਂ ਜਦੋਂ ਗੁਰਨਾਮ ਸਿੰਘ ਝੜੂਨੀ ਨੇ ਆਪਣੀ ਵੱਖਰੀ ਪਾਰਟੀ ਬਣਾਉਣ ਦੀ ਗੱਲ, ਮਿਸ਼ਨ ਪੰਜਾਬ ਦੀ ਗੱਲ ਕਰੀ ਸੀ, ਤਾਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਹੁਣ ਫਿਰ ਤੋਂ ਜਦੋਂ ਖੁਦ ਇਹ ਪਾਰਟੀਆਂ ਦੇ ਵੱਲੋਂ ਆਪਣੀ ਵੱਖਰੀ ਸੰਯੁਕਤ ਸਮਾਜ ਮੋਰਚਾ ਪਾਰਟੀ ਬਣਾਈ ਆ, ਤੇ ਉਸ ਤੋਂ ਬਾਅਦ ਜਿਹੜੀ ਬਾਕੀ ਬਚੀਆਂ ਪਾਰਟੀਆਂ, ਮੈਂ ਨਾਮ ਲੈ ਕੇ ਦੱਸਣਾ ਚਾਹਾਂਗਾ ਵਿਸਥਾਰ ਦੇ ਵਿੱਚ, ਜਿਹੜੇ ਡਾਕਟਰ ਦਰਸ਼ਨਪਾਲ, ਹਨਨ ਮੌਲਾ, ਜੋਗਿੰਦਰ ਸਿੰਘ ਉਗਰਾਹਾਂ, ਜਗਜੀਤ ਸਿੰਘ ਡੱਲੇਵਾਲ, ਯੋਗਿੰਦਰ ਯਾਦਵ, ਯੁੱਧਵੀਰ ਸਿੰਘ, ਸ਼ਿਵ ਕੁਮਾਰ ਕੱਕਾ, ਇਹ ਜਿਹੜੀ ਜਥੇਬੰਦੀਆਂ ਦੇ ਲੀਡਰ ਨੇ, ਜਿਹੜੀਆਂ ਜਥੇਬੰਦੀਆਂ ਬਚੀਆਂ ਨੇ, ਇਹਨਾਂ ਦੇ ਵੱਲੋਂ ਵੀ ਇੱਕ ਪ੍ਰੈਸ ਨੋਟ ਜਾਰੀ ਕਰ ਦਿੱਤਾ ਤੇ ਸਿੱਧੇ ਤੌਰ ਤੇ ਕਹਿ ਦਿੱਤਾ ਜਿਹੜੀ ਹੁਣ ਜਥੇਬੰਦੀਆਂ ਅਲੱਗ ਹੋਈਆਂ ਨੇ, ਉਹਨਾਂ ਦਾ ਕਿਸਾਨ ਸੰਯੁਕਤ ਮੋਰਚੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਤਾਲੁਕ ਨਹੀਂ। ਜੇਕਰ ਸੰਯੁਕਤ ਕਿਸਾਨ ਮੋਰਚੇ ਦਾ ਨਾਮ ਲੈ ਕੇ ਇਹ ਕੋਈ ਪ੍ਰੋਗਰਾਮ ਕਰਦੇ ਨੇ ਤਾਂ ਸਿੱਧੇ ਤੌਰ ਤੇ ਅਨੁਸ਼ਾਸਨੀ ਕਾਰਵਾਈ ਹੋਵੇਗੀ। ਯਾਨੀ ਕਿ ਪਹਿਲਾਂ ਜਿਵੇਂ 32 ਸੀ, ਹੁਣ 32 ਤੋਂ 22 ਅਲੱਗ ਹੋ ਗਈਆਂ, ਫਿਰ ਤੋਂ ਸੰਯੁਕਤ ਕਿਸਾਨ ਮੋਰਚਾ ਤਾਂ ਉੱਥੇ ਦੇ ਉੱਥੇ ਰਹਿ ਗਿਆ। ਇਸ ਦੇ ਵਿੱਚ ਇੱਕ ਸਵਾਲ ਅਣਖੀ ਸਾਹਿਬ ਲੋਕਾਂ ਦੇ ਜ਼ਿਹਨ ਦੇ ਵਿੱਚ ਵੀ ਇਹ ਆ ਕਿ ਹੁਣ ਜਿਵੇਂ ਲਖੀਮਪੁਰ ਖੀਰੀ ਦਾ ਮਾਮਲਾ ਹੋਇਆ ਸੀ, ਉਸ ਦੇ ਵਿੱਚ ਸਾਰੇ ਇਕੱਠੇ ਹੋ ਗਏ ਸੀ, ਖੇਤੀ ਕਾਨੂੰਨਾਂ ਦੇ ਮਾਮਲੇ 'ਚ ਇਕੱਠੇ ਹੋ ਗਏ ਸੀ ਕਿ ਉਹ ਮਾਮਲੇ ਹੁਣ ਸੁਲਝਣਗੇ, ਉਹ ਮਾਮਲਿਆਂ ਦੇ ਵਿੱਚ ਇਨਸਾਫ ਮਿਲੂਗਾ, ਕਿਉਂਕਿ ਕੇਂਦਰ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ, ਕੇਂਦਰ ਸਰਕਾਰ ਪਹਿਲੇ ਦਿਨ ਤੋਂ ਹੀ ਚਾਹੁੰਦੀ ਸੀ ਕਿ ਆਖਰ ਇਹ ਏਕੇ ਨੂੰ ਤੋੜਿਆ ਜਾਵੇ, ਇਸ ਦੇ ਵਿੱਚ ਤਾਰ ਪਿੰਡੋ ਕੀਤਾ ਜਾਵੇ, ਪਰ ਹੋਏ ਨਹੀਂ, ਤਾਂ ਕਿ ਜਿੱਤ ਗਏ। ਏਕਾ ਤੇ ਸਬਰ ਜਤਾਉਂਦਾ ਕਿਹਾ ਜਾਂਦਾ। ਹੁਣ ਇਹੀ ਸਵਾਲ ਹੈ ਕਿ ਲਖੀਮਪੁਰ ਇਨਸਾਫ ਮਿਲੇਗਾ, ਕਰਜ਼ ਮਾਫੀ ਦਾ ਜਿਹੜਾ ਉਹ ਮਸਲਾ ਹੱਲ ਹੋਵੇਗਾ, ਕਿਉਂਕਿ ਆਪਸ ਦੇ ਵਿੱਚ ਹੀ ਪੜ ਗਈਆਂ ਇਹ। ਦੇਖੋ ਇਮਰਾਨ ਜੀ, ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਖਤਮ ਹੀ ਖਤਮ ਆ। ਸਸਪੈਂਡ ਕੀ ਅਨੁਸ਼ਾਸਨ ਕਾਹਦਾ ਕਰਦਾ? ਉਹ 22 ਜਣੇ ਇੱਕ ਬੰਨੇ ਅਲੱਗ ਹੋ ਗਏ ਨੇ। ਅਜੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਇਹ 9 ਜਥੇਬੰਦੀਆਂ ਕਹਿਣ ਕਿ ਅਸੀਂ ਅਨੁਸ਼ਾਸਨੀ ਕਾਰਵਾਈ ਕਰਨੀ ਹੈ, ਕਾਹਦੀ ਕਰਨੀ ਤੇ ਕਿਹਦੇ ਤੇ ਕਰਦੀ ਹੈ। ਹੁਣ ਉਹ ਮੋਰਚਾ ਰਿਹਾ ਹੀ ਨਹੀਂ, ਮੋਰਚਾ ਖਿੰਡ ਪੁੰਡ ਗਿਆ, ਮੋਰਚਾ ਟੁੱਟ ਗਿਆ। ਹੁਣ ਕਿਹੜੇ ਲਖੀਮਪੁਰ ਖੀਰੀ ਕਾਂਡ ਦੀ ਤੁਸੀਂ ਗੱਲ ਕਰਦੇ ਜੇ, ਕਿਸ ਇਨਸਾਫ ਦੀ ਗੱਲ ਕਰਦੇ ਜੇ? ਉਹ ਹੁਣ ਇਨਸਾਫ ਨਾ ਤਾਂ ਕਿਸੇ ਨੇ ਲੈਣਾ ਤੇ ਨਾ, ਕਿਉਂਕਿ ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ 22 ਨੇ ਉਹਨਾਂ ਲਈ ਵੋਟਾਂ ਲੜਦੀਆਂ ਕਿ ਲਖੀਮਪੁਰ ਖੀਰੀ ਜਾ ਕੇ ਉੱਥੇ ਲਾਲਾ ਕਰਦੀਆਂ। ਸੋ ਕਹਿਣ ਦਾ ਅਰਥ ਹੈ ਕਿ ਸਾਫ਼ ਰੂਪ ਦੇ ਵਿੱਚ ਇਹਨਾਂ ਦਾ ਉਹ ਅਕਸ ਹੀ ਖਤਮ ਹੋ ਗਿਆ, ਕਿਸਾਨ ਮੋਰਚਾ ਖਤਮ ਹੋ ਗਿਆ। ਹੁਣ ਕੋਈ ਇਨਸਾਫ ਦੀ ਗੱਲ ਨਾ ਕਰੋ, ਕਿਸਾਨਾਂ ਦੇ ਉਸ ਚਿਹਰੇ ਦੀ ਗੱਲ ਕਰੋ, ਇਹਨਾਂ ਜਥੇਬੰਦੀਆਂ ਦੇ ਉਸ ਰੂਪ ਦੀ ਗੱਲ ਕਰੋ ਜੋ ਇਹਨਾਂ ਨੇ ਕੀਤਾ ਤੇ ਜੋ ਇਹਨਾਂ ਦਾ ਸਾਹਮਣੇ ਆਇਆ। ਹੁਣ ਤਾਂ ਇਹਨਾਂ ਨੇ ਚੌਧਰ ਕਰਦੀਆਂ ਸਿਆਸਤ ਕਰਨੀ ਆ, ਔਰ ਸਿਆਸਤ ਦੀ ਭੁੱਖ ਦੇ ਵਿੱਚ ਲਖੀਮਪੁਰ ਖੀਰੀ ਕਾਂਡ ਵਰਗੇ, ਕੱਲ ਨੂੰ ਜੇਕਰ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਕੋਈ ਸੱਦਾ ਦਿੰਦੀ ਹੈ, 22 ਜਥੇਬੰਦੀ ਤੁਸੀਂ ਸਾਡੇ ਨਾਲ ਸਮਝੌਤਾ ਕਰ ਲਓ, ਤਾਂ ਇਹ ਕਰ ਸਕਦੇ ਨੇ, ਕਿਉਂਕਿ ਰਾਜਨੀਤੀ ਜਿਸ ਤਰ੍ਹਾਂ ਕਹਿੰਦੇ ਮੁਹੱਬਤ ਤੇ ਜੰਗ ਵਿੱਚ ਸਭ ਕੁਝ ਜਾਇਜ਼ ਹੈ, ਰਾਜਨੀਤੀ ਦੇ ਵਿੱਚ ਇਹਨਾਂ ਨੇ ਪਹੁੰਚਣ ਵਾਸਤੇ ਸਭ ਕੁਝ ਇਹਨਾਂ ਨੇ ਕਰਨਾ। ਉਹ ਜੋ ਕੁਝ ਹੈ ਸੀ ਉਹ ਕੇਵਲ ਲੋਕਾਂ ਦੀਆਂ ਉਹਨਾਂ ਭਾਵਨਾਵਾਂ ਨਾਲ ਖਿਲਵਾੜ ਸੀ ਜਿਹੜਾ ਇਹਨਾਂ ਨੇ ਕੀਤਾ। ਔਰ ਜਦੋਂ ਉਹ ਮੁੱਦੇ ਇਹਨਾਂ ਦੇ ਕੁਝ ਜਿਸ ਤਰੀਕੇ ਨਾਲ ਹੁਣ ਤੱਕ ਗੱਲਾਂ ਆਉਣ ਡੈ ਪਈਆਂ ਨੇ ਕਿ ਕਿਸ ਤਰੀਕੇ ਨਾਲ ਬਾਹਰੋਂ ਅਮਰੀਕਾ ਤੋਂ, ਕੈਨੇਡਾ ਤੋਂ, ਵਿਦੇਸ਼ਾਂ ਤੋਂ NRI ਭਰਾ ਇਹਨਾਂ ਨੂੰ ਫੰਡ ਭੇਜਦੇ ਰਹੇ ਨੇ। ਡੱਲੇਵਾਲ ਨੇ ਵੀ ਇੰਨੀ ਗੱਲ ਕਹਿ ਦਿੱਤੀ ਹੈ ਕਿ ਉਸ ਫੰਡ ਦਾ ਵਿਰਸਾ ਸਿੰਘ ਵਲਟੋਆ ਵੀ ਕੱਲ ਕਹਿ ਰਿਹਾ ਸੀ ਕਿ ਉਹ ਫੰਡ ਇਹਨਾਂ ਨੂੰ ਪਚਦਾ ਨਹੀਂ ਤੇ ਇਸ ਕਰਕੇ ਇਸ ਪਾਸੇ ਹੋ ਤੁਰੇ ਆ।
ਹੁਣ ਤੁਸੀਂ ਇਹ ਕਿਸਾਨ ਮੋਰਚੇ ਵੱਲ ਤੁਸੀਂ ਉਸ ਨਜ਼ਰ ਨਾਲ ਨਾ ਵੇਖੋ ਕਿ ਇਹ ਇਨਸਾਫ ਦਿਵਾਊਗਾ ਲੋਕਾਂ ਨੂੰ ਜਾਂ ਇਹੋ ਜਿਹਾ ਹੋਏਗਾ। ਹੁਣ ਇਹ ਨਹੀਂ ਆ, ਹੁਣ ਇਹਦਾ ਅਕਸ ਉਹ ਬਦਲ ਗਿਆ। ਹੁਣ ਇਹ ਰਾਜਨੀਤੀ ਸਿਆਸਤ ਕਰਦੀ ਆ ਤੇ ਸਿਆਸਤ ਦੇ ਵਿੱਚ ਬੜਾ ਕੁਝ ਸਮਝੌਤਿਆਂ ਦੀ ਬੜੀ ਚੜ ਜਾਂਦਾ। ਹੁਣ ਲਖੀਮਪੁਰ ਖੀਰੀ ਕਾਂਡ ਵਾਸਤੇ ਕਾਹਦੇ ਵਾਸਤੇ ਗੱਲ ਕਰਨਗੇ? ਹੁਣ ਤਾਂ ਗੱਲ ਇਹਨਾਂ ਨੇ ਵੋਟਾਂ ਦੀ ਕਰਨੀ ਆ। ਤਾਂ ਉਹ ਕਹਿਣ ਦਾ ਅਰਥ ਸਾਫ਼ ਆ ਕਿ ਅਕਸ ਜਿਹੜਾ ਉਹ ਧੁੰਦਲਾ ਹੋਇਆ, ਮੋਰਚਾ ਟੁੱਟ ਗਿਆ। ਇਹ ਅਨੁਸ਼ਾਸਨੀ ਕਾਰਵਾਈ ਗੁਰਨਾਮ ਸਿੰਘ ਝੂਟ ਦੀ ਤੁਸੀਂ ਗੱਲ ਕਰਦੇ ਜੀ, ਉਹਨਾਂ ਨੂੰ ਜਿਸ ਤਰੀਕੇ ਨਾਲ ਸਸਪੈਂਡ ਕੀਤਾ, ਹੁਣ ਕਿਹਨੂੰ ਸਸਪੈਂਡ ਕਰਦਾ? ਇਹ ਤੇ ਆਪ ਹੀ ਸਸਪੈਂਡ ਹੋ ਗਏ ਨੇ ਸਾਰੇ। ਤਾਂ ਕਹਿਣ ਦਾ ਅਰਥ ਆ ਕਿ ਇਹ ਜਿਹੜੀ ਇਹਨਾਂ ਦੀ ਤਸਵੀਰ ਆ ਲੋਕਾਂ ਦੇ ਵਿੱਚ ਧੁੰਦਲੀ ਗਈ ਆ। ਇਹ ਠੀਕ ਨਹੀਂ ਹੋਇਆ। ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਸੀ ਕਿ ਉਹ ਆਪਣੇ ਉਸ ਅਕਸ ਨੂੰ, ਉਸ ਆਪਣੇ ਨਰੋਲ ਕਿਸਾਨੀ ਰੂਪ ਨੂੰ ਕਾਇਮ ਰੱਖਦੇ, ਸਮਰਥਨ ਦੇ ਸਕਦੇ ਸੀ, ਪਰ ਖੁਦ ਹੀ ਹੁਣ ਇਸ ਸਿਆਸਤ ਦੀ ਗੰਦੀ ਖੇਡ 'ਚ ਆ ਗਏ ਆ ਜਿੱਥੋਂ ਇਹਨਾਂ ਦੇ ਦਾਗ ਜਿਹੜੇ ਆ ਉਹ ਛੱਟੇ ਤੇ ਪੈਣੇ ਹੀ ਪੈਣੇ। ਬਿਲਕੁਲ ਜੀ। ਅਣਖੀ ਸਾਹਿਬ, ਜਿਵੇਂ ਭਾਜਪਾ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਸੀ, ਹਰਜੀਤ ਗਰੇਵਾਲ ਅਕਸਰ ਹੀ ਜਦੋਂ ਇਹ ਗੱਲ ਕਹਿੰਦੇ ਹੁੰਦੇ ਸੀ, ਜਦੋਂ ਵੀ ਸਾਡੀ ਵੀ ਗੱਲਬਾਤ ਹੋਈ, ਅਸੀਂ ਇੰਟਰਵਿਊ ਦੌਰਾਨ ਉਹਨਾਂ ਨੂੰ ਪੁੱਛਦੇ ਹੁੰਦੇ ਸੀ, ਉਹ ਅਕਸਰ ਹੀ ਕਿਸਾਨਾਂ ਨੂੰ ਇਹ ਕਹਿੰਦੇ ਸੀ, ਕਿਸਾਨ ਤਾਂ ਉਹ ਨੇ ਜਿਹੜੇ ਸਿਰਫ ਸੜਕਾਂ ਤੇ ਬੈਠੇ ਨੇ, ਕਿਸਾਨ ਲੀਡਰਾਂ ਨੂੰ ਤੁਸੀਂ ਕਿਸਾਨ ਨਾ ਕਹੋ। ਬੜੇ ਤਿੱਖੇ ਸ਼ਬਦਾਂ ਦੇ ਵਿੱਚ ਇੱਕ ਇੰਟਰਵਿਊ ਦੌਰਾਨ ਮੇਰੇ ਨਾਲ ਉਹਨਾਂ ਨੇ ਇਹ ਸ਼ਬਦ ਕਹੇ ਕਿ ਮੈਂ ਸਵਾਲ ਦਾ ਜਵਾਬ ਤਾਂ ਦਊਂਗਾ, ਤੁਸੀਂ ਉਹਨਾਂ ਨੂੰ ਕਿਸਾਨ ਨਾ ਕਹੋ, ਲੀਡਰਾਂ ਨੂੰ। ਮੈਂ ਕੁਝ ਨਾਮ ਲਏ ਸੀ, ਰਾਜੇਵਾਲ, ਡੱਲੇਵਾਲ, ਇਹਨਾਂ ਨਾਮ ਲਏ ਸੀ। ਕਹਿੰਦੇ ਇਹ ਕਿਸਾਨ ਨਹੀਂ। ਮੈਂ ਕਿਹਾ ਇਹ ਕੌਣ ਨੇ? ਕਹਿੰਦੇ ਇਹ ਤਾਂ ਲੀਡਰ ਨੇ, ਇਹ ਤਾਂ ਸਿਆਸਤਦਾਨ ਨੇ, ਇਹ ਤਾਂ ਸਿਰਫ ਔਰ ਸਿਰਫ ਆਪਣੀ ਸਿਆਸਤ ਖੇਡ ਰਹੇ ਨੇ, ਸਿਆਸਤ ਲੈਣ ਦੇ ਲਈ ਅੱਜ ਇੱਥੇ ਬੈਠੇ ਨੇ। ਕਿਸਾਨ ਤਾਂ ਜਿਹੜੇ ਸੜਕਾਂ ਤੇ ਨੇ, ਕਿੱਲੇ ਵਾਲੇ, ਦੋ ਕਿੱਲੇ ਵਾਲੇ, ਉਹ ਨੇ। ਕਿਤੇ ਨਾ ਕਿਤੇ ਉਹ ਗੱਲਾਂ ਪਹਿਲਾਂ ਤਾਂ ਉਭਦੀਆਂ ਹੁੰਦੀਆਂ ਸੀ। ਕਿਸਾਨ ਲੀਡਰਾਂ ਨੂੰ ਵੀ ਕਹਿੰਦੇ ਸੀ ਕਿ ਹਰਜੀਤ ਗਰੇਵਾਲ ਬੜੇ ਤਿੱਖੇ ਬਿਆਨ ਦਿੰਦੇ ਹੁੰਦੇ ਸੀ ਉਹ, ਪਰ ਅੱਜ ਸ਼ਾਇਦ ਮੋਹਰ ਲੱਗੀ ਆ, ਉਹ ਬਿਆਨ ਸੱਚ ਹੁੰਦੇ ਨਜ਼ਰ ਆ। ਦੇਖੋ ਜੀ, ਮੈਂ ਤਾਂ ਤੁਹਾਨੂੰ ਪਹਿਲਾਂ ਇਹ ਗੱਲ ਕਹੀ ਆ ਕਿ ਵਾਕਈ ਇਹ ਕਿਸਾਨ ਉਹ ਕਿਸਾਨ ਨਹੀਂ, ਇਹ ਲੀਡਰ ਸੀ। ਇਹਨਾਂ ਲੀਡਰੀ ਕਰਨੀ ਸੀ, ਲੋਕਾਂ ਦੀਆਂ ਭਾਵਨਾਵਾਂ ਨੂੰ ਇਹ ਖਿਲਵਾੜ ਕੀਤੀ ਆ ਔਰ ਆਪਣੇ ਇਸ ਅੰਦੋਲਨ ਦੇ ਵਿੱਚੋਂ ਇੱਕ ਨੇਤਾ ਦੇ ਰੂਪ ਦੇ ਵਿੱਚ ਇਹਨਾਂ ਨੇ ਉਭਰਨ ਦਾ ਯਤਨ ਕੀਤਾ। ਔਰ ਇਹਨਾਂ ਨੂੰ ਬੜਾ ਵੱਡਾ ਇਹ ਭੁਲੇਖਾ ਰਹਿ ਗਿਆ ਕਿ ਅਸੀਂ ਕਿਸਾਨ ਮੋਰਚਾ ਉੱਤੇ ਫਤਿਹ ਕਰ ਲਿਆ, ਅਸੀਂ ਕਾਨੂੰਨ ਰੱਦ ਕਰਾਤੇ ਤੇ ਸ਼ਾਇਦ ਹੁਣ ਅਸੀਂ ਪੰਜਾਬ ਦੇ ਵਿੱਚ ਕੋਈ ਇਨਕਲਾਬ ਲੈ ਆਵਾਂਗੇ, ਪੰਜਾਬ ਦੀ ਸਿਆਸਤ ਨੂੰ ਬਦਲ ਦਾਂਗੇ। ਨਹੀਂ, ਇਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ, ਕਿਉਂਕਿ ਮੈਂ ਜਿਸ ਤਰੀਕੇ ਨਾਲ ਇਹਨਾਂ ਦੀਆਂ ਬੀਤੇ ਦਿਨਾਂ ਦੀਆਂ ਕਾਰਵਾਈਆਂ ਕਿਸਾਨ ਜਥੇਬੰਦੀਆਂ ਨੇ ਕਰਨ ਡਿਆ, ਦੱਸਣ ਡਿਆ ਕਿ ਜਦੋਂ ਮੋਰਚਾ ਜਿੱਤ ਕੇ ਹਰਿਮੰਦਰ ਸਾਹਿਬ ਵਿਖੇ ਇਹਨਾਂ ਨੇ ਸ਼ੁਕਰਾਨਾ ਕਰਨ ਜਾਣਾ ਸੀ, ਕੋਈ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਸੱਦਾ ਨਹੀਂ ਦਿੱਤਾ ਕਿ ਤੁਸੀਂ ਸਾਡੇ ਨਾਲ ਚਲੋ। ਉੱਥੇ ਫਿਰ ਲੀਡਰੀਆਂ ਚਮਕਣ ਡੈ ਪਈਆਂ ਤੇ ਜਿਸ ਤਰੀਕੇ ਨਾਲ ਇਹਨਾਂ ਦੇ ਅੰਦਰਲੀ ਜਿਹੜੀ ਭੁੱਖ ਆ ਉਹ ਸਾਹਮਣੇ ਆ ਗਈ ਆ ਕਿ ਇਹ ਵਿਅਕਤੀਆਂ ਨੇ ਮੋਰਚਾ ਕੋਈ ਅਸਲ 'ਚ ਮੋਰਚਾ ਨਹੀਂ ਸੀ। ਠੀਕ ਹੈ, ਮੋਰਚਾ ਲਾਇਆ ਸੀ, ਲੋਕਾਂ ਦਾ ਸਮਰਥਨ ਸੀ, ਪਰ ਅਸਲ ਦੇ ਵਿੱਚ ਇਹ ਆਪਣੇ ਆਪ ਨੂੰ ਇੱਕ ਨੇਤਾ ਦੇ ਰੂਪ ਵਿੱਚ ਸਥਾਪਿਤ ਕਰਨਾ ਚਾਹੁੰਦੇ ਸਨ ਤਾਂ ਜੋ ਸਿਆਸਤ ਵਿੱਚ ਇਹਨਾਂ ਦੀ ਐਂਟਰੀ ਹੋ ਸਕੇ। ਸਿਆਸਤ ਵਿੱਚ ਐਂਟਰੀ ਕਰ ਲਈ ਆ ਜਿਸ ਤਰੀਕੇ ਨਾਲ ਇਸ ਅੰਦੋਲਨ ਦਿੱਲੀ 'ਚ ਟੁੱਟੀ। ਬਿਲਕੁਲ ਜੀ, ਬਿਲਕੁਲ। ਜਿਸ ਤਰ੍ਹਾਂ ਦਿੱਲੀ ਦੇ ਅੰਦੋਲਨ 'ਚ ਕੇਜਰੀਵਾਲ ਨਿਕਲਿਆ, ਉਸੇ ਦਾ ਕਿਸਾਨੀ ਸੰਘਰਸ਼ ਤੇ ਬਲਬੀਰ ਸਿੰਘ ਰਾਜੇਵਾਲ ਉੱਠ ਖਲੋਤਾ ਤੇ ਉਸੇ ਤਰ੍ਹਾਂ ਹੀ ਨਿਰਮਲ। ਤੁਸੀਂ ਗਾਂ ਆਉਂਦੇ ਦਿਨਾਂ 'ਚ ਵੇਖਿਓ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ, ਇਹਨਾਂ ਦੇ ਅਜੇ ਸੀਟਾਂ ਨੂੰ ਲੈ ਕੇ ਕਹਿਣਾ, ਜਿੰਨੇ ਵੀ ਪ੍ਰਧਾਨ ਨੇ, ਇਹ ਜੇ 22 ਪ੍ਰਧਾਨ ਨੇ ਤਾਂ ਸਭ ਨੂੰ 22 ਸੀਟਾਂ ਤੇ ਲੜੀਆਂ ਗਈਆਂ ਨਾ। 22 ਉਮੀਦਵਾਰ ਤੇ ਇਹਨਾਂ ਕੋਲ ਹੈ ਹੀ ਹੈ। ਜਿਹੜੇ ਨਿਰਮਲ ਸਿੰਘ ਪਟੇਲ ਜਿੰਨੇ ਵੀ ਨੇ 22 ਉਮੀਦਵਾਰ ਤੇ ਇਹ ਹੋ ਗਏ, ਤੇ ਬਾਕੀ ਇਹਨਾਂ ਦੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਦੂਜੇ ਪ੍ਰਧਾਨ ਹੋਣੇ ਆ, ਜ਼ਿਲ੍ਹਾ ਪ੍ਰਧਾਨ, ਉਹ ਵੀ ਉਹਨਾਂ ਦੇ ਆ। ਤਾਂ ਕਹਿਣ ਦਾ ਅਰਥ ਹੈ ਸਾਫ਼ ਰੂਪ ਦੇ ਵਿੱਚ ਕਿ ਇਹਨਾਂ ਨੇ ਐਂਟਰੀ ਕਰਦੀ ਸੀ, ਲੋਕਾਂ ਦੀਆਂ ਭਾਵਨਾਵਾਂ ਖਿਲਵਾੜ ਕਰਦਾ ਸੀ, ਉਹ ਕਰ ਲਿਆ। ਤਾਂ ਹੁਣ ਕੰਮ ਖਤਮ ਆ, ਹੁਣ ਸਿਆਸਤ ਕਰਦੀ ਆ। ਲੋਕਾਂ ਨੂੰ ਜਿੱਥੇ ਅੱਗੇ ਦਿੱਲੀ ਦੇ ਲੋਕਾਂ ਨੂੰ ਤੰਗ ਕੀਤਾ, ਹੁਣ ਪੰਜਾਬ ਦੇ ਲੋਕਾਂ ਨੂੰ ਤੰਗ ਕਰਨਗੇ। ਪਰ ਪੰਜਾਬ ਦੇ ਲੋਕ ਜਿਹੜੇ ਨੇ ਹੁਣ ਇਹਨਾਂ ਦੀਆਂ ਗੱਲਾਂ 'ਚ ਆਉਣਗੇ ਨਹੀਂ। ਇਹਨਾਂ ਦੇ ਚਿਹਰੇ ਮੋਹਰੇ ਨਾ ਨੰਗੇ ਹੋ ਗਏ ਆ ਕਿ ਇਹ ਕਿਹੜੇ ਪਰਪਸ ਨੂੰ ਲੈ ਕੇ ਇਹਨਾਂ ਨੇ ਅੰਦੋਲਨ ਜਿਹੜਾ ਉਹ ਸ਼ੁਰੂ ਕੀਤਾ ਸੀ। ਤਾਂ ਉਹ ਅੰਦੋਲਨ ਉੱਥੇ ਦਾ ਉੱਥੇ ਰਹਿ ਗਿਆ, ਇੱਕ ਸਿਆਸਤ 'ਚ ਐਂਟਰੀ ਹੋ ਗਈ ਆ। ਤਾਂ ਇਹ ਭਰਮ ਇਹਨਾਂ ਦਾ ਜ਼ਰੂਰ ਟੁੱਟੇਗਾ। ਦੇਖੋ, ਰਾਕੇਸ਼ ਟਕੈਤ ਜਾਂ ਮਹਿੰਦਰ ਸਿੰਘ ਟਕੈਤ ਦਾ ਜਿਹੜਾ ਬੇਟਾ, ਉਹ ਏਡਾ ਵੱਡਾ ਲੀਡਰ ਆ, ਅਜੇ ਤੱਕ ਉਹਨਾਂ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਏਦਾਂ ਦੀ ਰਾਜਨੀਤੀ ਕਰਾਂਗੇ। ਨੈਸ਼ਨਲ ਪੱਧਰ ਦਾ ਉਹ ਰਾਸ਼ਟਰੀ ਪੱਧਰ ਦਾ ਨੇਤਾ ਆ, ਉਹਦੇ ਭਰਾ ਵੱਲੋਂ ਜਾਂ ਉਹਨਾਂ ਵੱਲੋਂ ਅਜੇ ਐਲਾਨ ਨਹੀਂ ਕੀਤਾ ਗਿਆ। ਪਰ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੂੰ ਜਿਹੜੀ ਭੁੱਖ ਆ, ਮੇਰਾ ਖਿਆਲ ਉਹ ਸਿਖਰ ਤੇ ਆ, ਮੁੱਖ ਮੰਤਰੀ ਦੀ ਕੁਰਸੀ ਲੈਣੀ ਜਾਂ ਇਸ ਤਰ੍ਹਾਂ ਦਾ। ਪਰ ਇਹ ਭਰਮ ਜਿਹੜੇ ਨੇ ਜਲਦੀ ਟੁੱਟ ਜਾਣਗੇ। ਕਿਸਾਨ ਜਥੇਬੰਦੀਆਂ ਦਾ ਇਹ ਇੱਕ ਆਤਮਘਾਤੀ ਕਦਮ ਸੀ ਜਿਸ ਤੇ ਅਸੀਂ ਕਹਿ ਸਕਦੇ ਕਿ ਜਿਹੜੇ ਨਤੀਜੇ ਜਿਹੜੇ ਨੇ ਕਿਸਾਨਾਂ ਵਾਸਤੇ ਤੇ ਮਜ਼ਦੂਰਾਂ ਵਾਸਤੇ ਆਉਂਦੇ ਸਮੇਂ 'ਚ ਬੜੇ ਹਾਨੀਕਾਰਕ ਜਿਹੜੇ ਹੋ ਸਕਦੇ। ਜੀ ਸਾਹਿਬ, ਕਾਂਗਰਸ ਦੀ ਇੱਕ ਵੱਡੀ ਰੈਲੀ ਆ ਬਟਾਲਾ ਦੇ ਵਿੱਚ, ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚਰਚਾਵਾਂ ਨੇ। ਆਪਾਂ ਬੀਤੇ ਦਿਨੀ ਵੀ ਗੱਲ ਕੀਤੀ ਸੀ ਕਿ ਨਵਜੋਤ ਸਿੰਘ ਸਿੱਧੂ ਉੱਥੇ ਜਾਣਗੇ ਰੈਲੀ ਦੇ ਵਿੱਚ। ਜੇਕਰ ਜਾਣਗੇ ਕੀ ਅੱਜ ਅਸ਼ਵਨੀ ਸ਼ੇਖੜੀ ਨੂੰ ਉਮੀਦਵਾਰ ਵਜੋਂ ਐਲਾਨ ਕਰਨਗੇ? ਦੇਖੋ, ਆਮ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਇਹੋ ਹੀ
ਇੱਕ ਉਹਦਾ ਅੰਦਾਜ਼ ਹੈਗਾ ਕਿ ਜਿੱਥੇ ਵੀ ਜਾਂਦੇ ਰੈਲੀ ਕਰਦੇ ਉਮੀਦਵਾਰ ਐਲਾਨ ਹੁੰਦੇ ਆ। ਅੱਜ ਜੀ ਉਹਨਾਂ ਦੀ ਬਟਾਲਾ ਦੇ ਵਿੱਚ ਰੈਲੀ ਹੈਗੀ ਹੈ, ਬਕਾਇਦਾ ਤੌਰ ਤੇ ਇਹ ਸਪਸ਼ਟ ਹੋ ਚੁੱਕਾ, ਸੰਕੇਤ ਜਿਹੜੇ ਮਿਲ ਚੁੱਕੇ ਨੇ ਕਿ ਉਹ ਬਟਾਲਾ 'ਚ ਆ ਰਹੇ ਆ। ਹੁਣ ਇਹ ਪ੍ਰਸ਼ਨ ਬੜਾ ਦਿਲਚਸਪ ਜਿਹੜਾ ਕਿ ਉਹ ਇੱਥੇ ਉਮੀਦਵਾਰ ਦਾ ਐਲਾਨ ਕਰਨਗੇ ਕਿ ਨਹੀਂ ਕਰਨਗੇ। ਜਿੱਥੇ ਤੱਕ ਮੇਰਾ ਖਿਆਲ ਹੈ, ਮੇਰਾ ਨਹੀਂ ਖਿਆਲ ਕਿ ਉਹ ਉਮੀਦਵਾਰ ਦਾ ਐਲਾਨ ਕਰਨ, ਕਿਉਂਕਿ ਹੁਣ ਤਾਂ ਬਕਾਇਦਾ ਤੌਰ ਤੇ ਜਿਹੜੀਆਂ ਲਿਸਟਾਂ ਨੇ ਉਹ ਕਾਂਗਰਸ ਹਾਈ ਕਮਾਨ ਕੋਲ ਪਹੁੰਚ ਚੁੱਕੀਆਂ ਨੇ, ਤਾਂ ਕਾਂਗਰਸ ਹਾਈ ਕਮਾਨ ਨੇ ਉਹ ਫੈਸਲਾ ਕਰਦਾ। ਬਟਾਲੇ ਤੋਂ ਮੇਰਾ ਖਿਆਲ 42 ਜਾਂ 40 ਦੇ ਕਰੀਬ ਉਮੀਦਵਾਰ ਜਿਹੜੇ ਨੇ ਐਪਲੀਕੇਸ਼ਨਾਂ ਉਹ ਦੇ ਚੁੱਕੇ ਨੇ ਉਮੀਦਵਾਰੀ ਦੀਆਂ। ਤੇ ਮੇਰਾ ਨਹੀਂ ਖਿਆਲ ਕਿ ਅੱਜ ਦੀ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਸ਼ਵਨੀ ਸੇਖੀ ਨੂੰ ਉਮੀਦਵਾਰ ਦੇ ਰੂਪ ਦੇ ਵਿੱਚ ਪੇਸ਼ ਕਰਨ। ਹਾਂ, ਉਹ ਕਾਂਗਰਸ ਦੀਆਂ ਨੀਤੀਆਂ ਦੇ ਸੰਬੰਧੀ ਬੋਲਣਗੇ, ਕਾਂਗਰਸ ਪਾਰਟੀ ਦੇ ਸੰਬੰਧੀ ਗੱਲ ਕਰਨਗੇ, ਪਰ ਉਮੀਦਵਾਰ ਦੇ ਰੂਪ 'ਚ ਅਸ਼ਵਨੀ ਸੇਖਲੀ ਨੂੰ ਉਹ ਐਲਾਨ ਮੇਰਾ ਨਹੀਂ ਖਿਆਲ, ਕਿਉਂਕਿ ਹੁਣ ਜਿਹੜੀਆਂ ਸਥਿਤੀਆਂ ਨੇ ਉਹ ਪਹਿਲੇ ਵਾਲੀਆਂ ਸਥਿਤੀਆਂ ਨਹੀਂ ਆ। ਹੁਣ ਸਥਿਤੀਆਂ ਜਿਹੜੀਆਂ ਅਲੱਗ ਨੇ। ਬਾਕੀ ਸਥਿਤੀ ਜਿਹੜੀ ਆ ਉਹ ਕੁਝ ਸਮੇਂ ਤੱਕ ਜਿਹੜੀ ਉਹ ਸਾਫ਼ ਤੇ ਸਪਸ਼ਟ ਹੋ ਜਾਵੇਗੀ। ਜੀ ਜੀ ਅਣਖੀ ਸਾਹਿਬ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਬੇਵਾਕ ਗੱਲਾਂ ਦੇ ਨਾਲ ਲੋਕਾਂ ਤੱਕ ਪੂਰੀ ਜਾਣਕਾਰੀ ਪਹੁੰਚਾਈ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਮਿਲਦੇ ਹਾਂ ਕੋਈ ਹੋਰ ਮੁੱਦਾ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।